ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਪੰਜਵਾ। ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ। ਹਉ ਕਿਉ ਪਾਈ ਗੁਰ ਪੂਰੇ। ਜੇ ਸੋ ਖੇਲ ਖਿਲਾਈਐ ਬਾਲਕ ਰਹਿ ਨ ਸਕੈ ਬਿਨ ਖੀਰੇ। ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ। ਹਉ ਕਿਉ ਪਾਈ ਗੁਰ ਪੂਰੇ। ਜੇ ਸੋ ਖੇਲ ਖਿਲਾਈਐ ਬਾਲਕ ਰਹਿ ਨ ਸਕੈ ਬਿਨ ਖੀਰੇ। ਮੇਰਾ ਅੰਤਰ ਭੁਖ ਨਾ ਉਤਰੈ ਅਮਾਲੀ। ਜੇ ਸੋ ਭੋਜਨ ਮੈਂ ਨੀਰੇ। ਮੇਰਾ ਮਨ ਤਨ ਪ੍ਰੇਮ ਪਿਰਮ ਕਾ ਬਿਨ ਦਰਸ਼ਨ ਕਿਉ ਮਨ ਧੀਰੇ। ਮੇਰਾ ਅੰਤਰ ਭੁਖ ਨਾ ਉਤਰੈ ਅਮਾਲੀ। ਜੇ ਸੋ ਭੋਜਨ ਮੈਂ ਨੀਰੇ। ਮੇਰਾ ਮਨ ਤਨ ਪ੍ਰੇਮ ਪਿਰਮ ਕਾ ਬਿਨ ਦਰਸ਼ਨ ਕਿਉ ਮਨ ਧੀਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ ਆਪ ਜੀ। ਸਤਿਗੁਰਾਂ ਦੀ ਕਿਰਪਾ ਦੁਆਰਾ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਵਡ ਹੰਸ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 564 ਤੇ ਸੁਭਾਈਮਾਨ ਹੈ।
ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸ਼ਬਦ ਵਿੱਚ ਗੁਰੂ ਦੇ ਮਿਲਾਪ ਦੀ ਗੱਲ, ਵਾਹਿਗੁਰੂ ਨੂੰ ਮਿਲਣ ਦੀ ਤਾਂਘ, ਤੇ ਜਿਹੜੇ ਮਿਲੇ ਹੋਏ ਨੇ ਉਹਨਾਂ ਕੋਲ ਮਿਲਣ ਵਾਸਤੇ ਅਰਦਾਸ ਕਰਨੀ ਕਿ ਜੇ ਤੁਹਾਨੂੰ ਗੁਰੂ ਕਿਰਪਾ ਦੁਆਰਾ ਵਾਹਿਗੁਰੂ ਦਾ ਮਿਲਾਪ ਹਾਸਲ ਹੋਇਆ ਹੈ ਤੇ ਸਾਡੇ ਉੱਤੇ ਵੀ ਕਿਰਪਾ ਕਰੋ, ਕਿਉਂਕਿ ਗੁਰਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਪੰਕਤੀ ਸਾਨੂੰ ਜੀਵਨ ਜੁਗਤ ਸਿਖਾਉਂਦੀ ਹੈ ਕਿ ਅਸੀਂ ਜੀਵਨ ਦੇ ਅੰਦਰ ਇਹ ਜੀਵਨ ਜਿਹੜਾ ਬੜਾ ਕੀਮਤੀ ਹੈ, ਬੜੀ ਦੇਰ ਬਾਅਦ ਮਿਲਿਆ ਹੈ, ਇਹਨੂੰ ਕਿਵੇਂ ਗੁਜ਼ਾਰਨਾ ਹੈ। ਕਿਉਂਕਿ ਗੁਰੂ ਕੋਲ ਆਉਣ ਦਾ, ਸੰਗਤ ਵਿੱਚ ਬੈਠਣ ਦਾ ਲਾਭ ਹੀ ਇਹੋ ਹੈ। ਆਓ ਸਤਿਗੁਰੂ ਜਿਵੇਂ ਕਿਰਪਾ ਕਰਦੇ ਨੇ, ਸਤਿਗੁਰਾਂ ਦੀ ਇਸ ਪਾਵਨ ਬਾਣੀ ਦਾ ਸ਼ਬਦ ਜਿਹੜਾ ਹੈ ਉਹ ਆਪਾਂ ਵਿਚਾਰੀਏ। ਸਾਰੇ ਫਿਰ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ। ਘਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਇਹ ਰਾਗ ਹੈ। ਮਹੱਲਾ ਪੰਜਵਾਂ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ। ਘਰ ਦੂਜਾ ਬਾਣੀ ਰਾਗਾਂ ਵਿੱਚ ਹੈ ਤੇ ਸਤਿਗੁਰਾਂ ਨੇ ਕਿਸ ਘਰ ਦੇ ਅੰਦਰ ਸ਼ਬਦ ਗਾਇਨ ਕਰਨਾ ਹੈ, ਕਿਹੜਾ ਤਾਲ ਵਰਤਣਾ ਹੈ, ਉਹ ਦੱਸਿਆ। ਘਰ ਦੂਜਾ, ਘਰ ਦੂਜੇ ਦੇ ਅੰਦਰ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਰਵ ਵਿਆਪਕ ਹੈ। ਐਸੇ ਗੁਣਾਂ ਵਾਲਾ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ। ਹਉ ਕਿਉ ਪਾਈ ਗੁਰ ਪੂਰੇ। ਪਿਆਰੇ ਅਮਾਲੀ, ਇਹ ਸ਼ਬਦ ਬਾਰ-ਬਾਰ ਮਹਾਰਾਜ ਨੇ ਰਿਪੀਟ ਕੀਤਾ ਹੈ। ਅਮਾਲੀ ਸ਼ਬਦ ਜਾਂ ਪਿਆਰੇ। ਇੱਥੇ ਪਿਆਰੇ ਨੂੰ ਆਪਾਂ ਅੱਗੇ ਲਾ ਕੇ ਪੜ੍ਹਨਾ ਹੈ। ਹੇ ਪਿਆਰੇ, ਮੇਰੇ ਅੰਦਰ ਬਹੁਤ ਤਾਂਘ ਹੈ ਪੂਰੇ ਗੁਰੂ ਨੂੰ ਮਿਲਣ ਦੀ।
ਕਿਉਂ ਪਾਈ। ਕਿਉਂ ਤੋਂ ਭਾਵ ਕਿਵੇਂ। ਕਈ ਵਾਰੀ ਕਿਉਂ ਨਹੀਂ ਵਾਸਤੇ ਵੀ ਵਰਤਿਆ ਜਾਂਦਾ ਹੈ ਵੀ ਇਹ ਕੰਮ ਮੈਂ ਕਿਉਂ ਕਰਾਂ। ਕਿਉਂ ਨਾ ਵਾਸਤੇ ਵੀ ਵਰਤਿਆ ਜਾਂਦਾ ਹੈ, ਨਹੀਂ ਵਾਸਤੇ ਵੀ ਵਰਤਿਆ ਜਾਂਦਾ ਹੈ, ਪਰ ਇੱਥੇ ਕਿਉਂ ਦਾ ਭਾਵ ਹੈ ਕਿਵੇਂ। ਹੇ ਪਿਆਰੇ, ਮੇਰੇ ਅੰਦਰ ਬਹੁਤ ਤਾਂਘ ਹੈ ਪੂਰੇ ਗੁਰੂ ਨੂੰ ਮਿਲਣ ਦੀ, ਤੇ ਮੈਂ ਪੂਰੇ ਗੁਰੂ ਨੂੰ ਕਿਵੇਂ ਪ੍ਰਾਪਤ ਕਰਾਂ। ਇਹ ਮਿਲਾਪ ਮੈਨੂੰ ਕਿਵੇਂ ਹਾਸਲ ਹੋਵੇ, ਕਿਉਂਕਿ ਸਾਧ ਸੰਗਤ ਗੁਰੂ ਪੂਰੇ ਨਾਲ ਮਿਲਾਪ ਵੀ ਵੱਡੇ ਭਾਗਾਂ ਨਾਲ ਹੀ ਹੁੰਦਾ ਹੈ। ਵੇਖੋ ਕਿੰਨੇ ਹੋਣਗੇ ਜਿਹੜੇ 22 ਮੰਜੀਦਾਰਾਂ ਨੂੰ ਹੀ ਮੱਥਾ ਟੇਕਦੇ ਰਹੇ ਹੋਣਗੇ, ਤੇ ਕਿੰਨੇ ਦਿਨ ਉਹਨਾਂ 22 ਡੰਬੀਆਂ ਤੇ ਪਖੰਡੀਆਂ ਗੁਰੂਆਂ ਦੀਆਂ ਦੁਕਾਨਾਂ ਚੱਲਦੀਆਂ ਰਹੀਆਂ ਹੋਣਗੀਆਂ। ਪਰ ਜਿਸ ਦਿਨ ਗੁਰੂ ਕਾ ਪਿਆਰਾ ਭਾਈ ਮੱਖਣ ਸ਼ਾਹ ਲਵਾਣਾ ਆਇਆ ਨਾ, ਮੱਥਾ ਉਹਨੇ ਵੀ ਟੇਕਿਆ ਹੈ, ਪਰ ਤਸੱਲੀ ਨਹੀਂ ਹੋਈ, ਕਿਉਂਕਿ ਉਹ ਪੂਰੇ ਗੁਰੂ ਨੂੰ ਮਿਲਣ ਵਾਸਤੇ ਆਇਆ ਸੀ। ਗੁਰੂ ਪੂਰਾ ਜਦੋਂ ਮਿਲਿਆ ਤੇ ਫਿਰ ਇਹ ਬਚਨ ਸਤਿਗੁਰਾਂ ਦੇ ਸਿੱਧ ਹੋਏ, ਗੁਰਪੂਰਾ ਭੇਟਿਓ ਵਡਭਾਗੀ ਮਨੇ ਭਇਆ ਪਰਗਾਸਾ। ਗੁਰਪੂਰੇ ਦਾ ਮਿਲਾਪ ਵੱਡਾ ਭਾਗ ਭੇਟੇ ਗੁਰਦੇਵਾ। ਗੁਰੂ ਨਾਲ ਮਿਲਾਪ ਹੋਣਾ, ਗੁਰੂ ਨਾਲ ਮਿਲਣਾ, ਗੁਰੂ ਦੇ ਦਰਸ਼ਨ ਕਰਨੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੇ ਸਤਿਗੁਰੂ ਮਹਾਰਾਜ ਆਖਦੇ ਨੇ, ਮੇਰੇ ਅੰਦਰ ਬੜੀ ਲੋਚਾ ਹੈ, ਬੜੀ ਤਾਂਘ ਹੈ, ਮੈਂ ਕਿਵੇਂ ਗੁਰੂ ਪੂਰੇ ਨੂੰ ਪਾ ਲਵਾਂ, ਗੁਰੂ ਪੂਰੇ ਦਾ ਮਿਲਾਪ ਮੈਨੂੰ ਪ੍ਰਾਪਤ ਹੋ ਜਾਵੇ। ਤੇ ਤਾਂਘ ਕਿੰਨੀ ਕੁ ਹੈ, ਇਹ ਉਦਾਹਰਨ ਦੇ ਕੇ ਦੱਸਿਆ ਹੈ। ਜੇ ਸੋ ਖੇਲ ਖਿਲਾਈਐ ਬਾਲਕ, ਰਹਿ ਨ ਸਕੈ ਬਿਨ ਖੀਰੇ। ਬੱਚਾ ਹੈ, ਉਹਨੂੰ ਜਿੰਨਾ ਮਰਜ਼ੀ 100 ਖੇਡਾਂ ਖੇਡਣ ਵਾਸਤੇ ਦੇ ਦਿਓ, ਪਰ ਕਹੋ ਵੀ ਬੱਚਾ ਰੋਣ ਤੋਂ ਬੰਦ ਹੋ ਜਾਵੇ, ਨਹੀਂ ਹੋਵੇਗਾ। ਕਿਉਂ? ਜਦੋਂ ਤੱਕ ਉਹਨੂੰ ਦੁੱਧ ਨਹੀਂ ਪ੍ਰਾਪਤ ਹੁੰਦਾ। ਕਿਹੜਾ ਬੱਚਾ ਜਿਹੜਾ ਕੇਵਲ ਤੇ ਕੇਵਲ ਦੁੱਧ ਦੇ ਆਧਾਰ ਤੇ ਆ। ਵੇਖੋ ਅੱਜ ਦੁੱਧ ਪਿਲਾਉਣ ਦੀ ਗੱਲ ਜਿਹੜੀ ਹੈ, ਇਹ ਤਾਂ ਬਹੁਤ ਦੂਰ ਦੀ ਹੋ ਗਈ। ਮੇਰੀ ਬੇਨਤੀ, ਕੇਵਲ ਤੇ ਕੇਵਲ ਬੇਗਾਨਾ ਦੁੱਧ ਹੀ ਬੱਚਿਆਂ ਨੂੰ ਪਿਲਾਇਆ ਜਾਂਦਾ ਹੈ, ਪਰ ਬਜ਼ੁਰਗ ਮਾਵਾਂ ਜਾਣਦੀਆਂ ਨੇ, ਜੇ ਬੱਚਾ ਰੋਂਦਾ ਹੋਵੇ, ਬੇਸ਼ੱਕ ਲਾਲਚ ਦਿੱਤੇ ਜਾਣ, ਪਰ ਸਿਆਣੀ ਮਾਂ ਬਜ਼ੁਰਗ ਜਿਹੜੀ ਨਾ ਘਰ ਵਿੱਚ, ਉਹਨੇ ਕਹਿਣਾ ਵੀ ਇਹਨੂੰ ਉੱਠ ਕੇ ਦੁੱਧ ਦੇ, ਬਾਕੀ ਕੰਮ ਸਾਰੇ ਛੱਡ ਦੇ, ਪਹਿਲਾਂ ਦੁੱਧ ਇਹਨੂੰ ਦੇ, ਕਿਉਂਕਿ ਇਹਨੇ ਚੁੱਪ ਨਹੀਂ ਕਰਨਾ ਜਦੋਂ ਤੱਕ ਦੁੱਧ ਨਹੀਂ ਪ੍ਰਾਪਤ ਹੋਵੇਗਾ। ਮਹਾਰਾਜ ਨੇ ਉਦਾਹਰਨ ਦਿੱਤੀ ਹੈ, ਜੇ ਸੋ ਖੇਲ ਖਿਲਾਈਐ ਬਾਲਕ, ਰਹਿ ਨਾ ਸਕੈ ਬਿਨ ਨੀਰੇ। ਹੁਣ ਇੱਥੇ ਖੀਰੇ ਤੋਂ ਭਾਵ ਹੈ ਦੁੱਧ। ਦੁੱਧ ਤੋਂ ਬਗੈਰ ਉਹ ਬੱਚਾ ਰਹਿ ਨਹੀਂ ਸਕਦਾ, ਭਾਵੇਂ ਉਹਨੂੰ 100 ਖੇਡਾਂ ਖੇਡਣ ਵਾਸਤੇ ਖਿਡੌਣੇ ਦੇ ਦਿਓ, ਚੀਜ਼ਾਂ ਦੇ ਦਿਓ, ਢੰਗ ਵਰਤ ਲਓ, ਪਰ ਜਦੋਂ ਤੱਕ ਉਹਨੂੰ ਦੁੱਧ ਨਹੀਂ ਪ੍ਰਾਪਤ ਹੋਵੇਗਾ,
ਉਦੋਂ ਤੱਕ ਉਹਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਵੇਗੀ। ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਕਹਿੰਦੇ ਬੱਚੇ ਨੂੰ ਭੁੱਖ ਲੱਗੀ ਏ ਤੇ ਬਾਰ-ਬਾਰ ਰੋਟੀ ਮੰਗਦਾ ਹੈ। ਹੁਣ ਰੋਟੀ ਦਾ ਪ੍ਰਬੰਧ ਨਹੀਂ ਤੇ ਮਾਂ ਉਸ ਦਾ ਧਿਆਨ ਹਟਾਉਣ ਵਾਸਤੇ ਉਸ ਨੂੰ ਆਕਾਸ਼ ਵਿੱਚ ਜਿਹੜਾ ਚੰਦਰਮਾ ਹੈ ਨਾ, ਉਸ ਬਾਰੇ ਆਖਦੀ, ਵੇਖ ਚੰਦਾ ਮਾਮਾ ਜਿਹੜਾ ਹੈ ਕਿੰਨਾ ਸੁੰਦਰ ਹੈ। ਤੇ ਬੱਚਾ ਚੰਦਰਮਾ ਵੱਲ ਵੇਖਦਾ, ਕਹਿੰਦਾ ਮਾਂ ਰੋਟੀ ਵਾਂਗ ਗੋਲ ਏ। ਧਿਆਨ ਦੇਵਿਓ, ਉਹਨੂੰ ਰੋਟੀ ਨਹੀਂ ਭੁੱਲੀ, ਮਾਂ ਰੋਟੀ ਭੁਲਾਣਾ ਚਾਹੁੰਦੀ ਹੈ। ਕਿਸ ਦਾ ਧਿਆਨ ਚੰਦਰਮਾ ਵੱਲ ਲੱਗ ਜਾਵੇ, ਚੰਦਰਮਾ ਨੂੰ ਵੇਖੇ, ਰੋਟੀ ਭੁੱਲ ਜਾਵੇ। ਪਰ ਉਹ ਆਖਦਾ ਮਾਂ ਚੰਦਰਮਾ ਵੀ ਜਿਹੜਾ ਨਾ ਰੋਟੀ ਵਰਗਾ ਗੋਲ ਏ। ਮੈਂ ਬੇਨਤੀ ਕਰ ਰਿਹਾ, ਬੱਚੇ ਨੂੰ ਭਾਵੇਂ 100 ਖੇਡਾਂ ਖੇਡਣ ਵਾਸਤੇ ਦੇ ਦਿਓ, ਢੰਗ ਵਰਤ ਲਓ, ਪਰ ਜਦੋਂ ਤੱਕ ਬੱਚੇ ਨੂੰ ਦੁੱਧ ਪ੍ਰਾਪਤ ਨਹੀਂ ਹੁੰਦਾ, ਬੱਚੇ ਨੂੰ ਸ਼ਾਂਤੀ ਨਹੀਂ ਆਉਂਦੀ। ਬਸ ਇਉਂ ਕਹਿ ਲਓ ਵੀ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਨਾ, ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਚਾਹੁੰਦਾ ਹੈ, ਗੁਰੂ ਨਾਲ ਮਿਲਾਪ ਕਰਨਾ ਚਾਹੁੰਦਾ ਹੈ, ਉਸ ਦੇ ਅੰਦਰ ਵੀ ਐਸੀ ਤਾਂਘ ਹੈ ਕਿ ਮੇਰਾ ਗੁਰੂ ਮੈਨੂੰ ਕਦੋਂ ਮਿਲੇ, ਕਦੋਂ ਮੇਰਾ ਗੁਰੂ ਨਾਲ ਮਿਲਾਪ ਹੋਵੇ। ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੌ ਭੋਜਨ ਮੈਂ ਨੀਰੇ। ਜਿਵੇਂ ਮਹਾਰਾਜ ਆਖਦੇ ਨੇ 100 ਭੋਜਨ, 100 ਭੋਜਨ ਤੋਂ ਭਾਵ ਜਿਵੇਂ 36 ਪ੍ਰਕਾਰ ਦੇ ਆਪਾਂ ਕਹਿ ਦਿੰਦੇ ਹਾਂ, ਤਰ੍ਹਾਂ ਤਰ੍ਹਾਂ ਦੇ ਭੋਜਨ। 36 ਪ੍ਰਕਾਰ ਤੋਂ ਭਾਵ ਵੀ ਤੇ 100 ਭੋਜਨ ਤੋਂ ਭਾਵ ਵੀ ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਹੋਣ ਤੇ ਮੇਰੇ ਅੱਗੇ ਕੋਈ ਪਰੋਸ ਕੇ ਰੱਖ ਦੇਵੇ, ਮੈਂ ਉਹਨਾਂ ਨੂੰ ਖਾ ਵੀ ਲਵਾਂ, ਪਰ ਜਿਹੜੀ ਮੇਰੇ ਅੰਦਰ ਭੁੱਖ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਲੱਗੀ ਹੋਈ ਨਾ, ਇਹਨਾਂ ਪਦਾਰਥਾਂ ਦੇ ਵਿੱਚੋਂ ਉਹ ਮੇਰੀ ਭੁੱਖ ਪੂਰੀ ਨਹੀਂ ਹੋਣੀ। ਇਹਨਾਂ ਪਦਾਰਥਾਂ ਦੇ ਵਿੱਚੋਂ ਮੇਰੀ ਉਹ ਭੁੱਖ ਪੂਰੀ ਨਹੀਂ ਹੋਣੀ ਜਿਹੜੀ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਹੈ। ਕਿਉਂਕਿ ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਨਦਿਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਮੇਰੇ ਅੰਤਰ ਲੋਚਾ ਮਿਲਣ ਕੀ, ਇੱਥੇ ਆਖਦੇ ਨੇ ਮੇਰੇ ਅੰਤਰ ਭੁੱਖ ਨਾ ਉਤਰੈ ਅਮਾਲੀ। ਅਮਾਲੀ ਤੋਂ ਭਾਵ ਹੇ ਸਖੀ, ਹੇ ਸਹੇਲੀ, ਮੇਰੇ ਅੰਦਰੋਂ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਭੁੱਖ ਹੈ ਨਾ, ਉਹ ਦੂਰ ਨਹੀਂ ਹੁੰਦੀ। ਭਾਵੇਂ ਮੈਨੂੰ ਸ਼ਾਂਤੀ ਨਹੀਂ ਆਂਦੀ, ਭਾਵੇਂ ਮੈਂ 100 ਤਰ੍ਹਾਂ ਦੇ ਭੋਜਨ ਪਦਾਰਥ ਜਿਹੜੇ ਨੇ ਨਾ ਉਹ ਛਕ ਵੀ ਲਵਾ। ਮੇਰਾ ਮਨ ਤਨ ਪ੍ਰੇਮ ਪਿਰਮ ਕਾ, ਬਿਨ ਦਰਸ਼ਨ ਕਿਉ ਮਨ ਧੀਰੇ। ਮੇਰੇ ਮਨ ਵਿੱਚ, ਮਨ ਦੇ ਨੰਨੇ ਨੂੰ ਸਿਆਰੀ ਹੈ, ਤਨ ਵਿੱਚ, ਤਨ ਦੇ ਨੰਨੇ ਨੂੰ ਸਿਆਰੀ। ਮਹਾਰਾਜ ਆਖਦੇ ਨੇ ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਵਾਹਿਗੁਰੂ ਪਰਮਾਤਮਾ ਦੇ ਦਰਸ਼ਨਾਂ ਦੀ ਬੜੀ ਚਾਹਨਾ ਹੈ। ਇੱਥੇ ਉਹਨੂੰ ਮਨ ਤੋਂ ਭਾਵ ਮਨ ਵਿੱਚ, ਤਨ ਤੋਂ ਭਾਵ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਬਹੁਤ ਜ਼ਿਆਦਾ ਮੇਰੇ ਅੰਦਰ ਪ੍ਰੇਮ ਹੈ। ਪਰ ਜਦੋਂ ਤੱਕ ਮੈਨੂੰ ਵਾਹਿਗੁਰੂ ਪਰਮਾਤਮਾ ਪਿਆਰਾ ਪ੍ਰਭੂ ਮਿਲਦਾ ਨਹੀਂ, ਮੈਨੂੰ ਉਦੋਂ ਤੱਕ ਧੀਰਜ ਨਹੀਂ ਆ ਸਕਦਾ, ਮੈਨੂੰ ਸ਼ਾਂਤੀ ਨਹੀਂ ਆ ਸਕਦੀ। ਕਿਉਂਕਿ ਸਾਧ ਸੰਗਤ ਆਪਾਂ ਬਚਨ ਪੜ੍ਹਦੇ ਹਨ, ਪੰਥ ਨਿਹਾਰੇ ਕਾਮਨੀ, ਲੋਚਨ ਭਰੀਲੇ ਉਸਾਸਾ, ਉਰਨੀ ਭੀਜੈ ਪੱਗ ਨ ਖਿਸੈ, ਹਰ ਦਰਸ਼ਨ ਕੀ ਆਸਾ, ਉਡੋ ਨ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਮਹਾਰਾਜ ਆਖਦੇ ਨੇ ਜਿਵੇਂ ਇੱਕ ਦੁਨਿਆਵੀ ਔਰਤ ਜਿਸ ਦਾ ਪਤੀ ਪਰਦੇਸ ਵਿੱਚ ਗਿਆ ਹੋਇਆ ਹੈ, ਉਹਨੂੰ ਧੀਰਜ ਨਹੀਂ ਆਂਦਾ। ਜਿਹੜੇ ਕਾਂ ਬਨੇਰੇ ਤੇ ਆ ਕੇ ਬੈਠਦੇ ਨੇ, ਉਹਨਾਂ ਨੂੰ ਵੀ ਆਖਦੀ ਉੱਡੋ ਕਾਵੋ, ਮੈਨੂੰ ਸੁਨੇਹਾ ਲਿਆ ਕੇ ਦਿਓ ਕਿ ਮੇਰਾ ਪਤੀ ਘਰ ਦੇ ਅੰਦਰ ਆ ਰਿਹਾ। ਇਸੇ ਤਰ੍ਹਾਂ ਜਿਹੜੀ
ਸਤ ਸੰਗਤ ਬਿਰਹਾ ਦੇ ਅੰਦਰ ਜੀਵ ਇਸਤਰੀ ਹੈ, ਉਹਨੂੰ ਵੀ ਮਨ ਕਰਕੇ ਤਨ ਕਰਕੇ ਧੀਰਜ ਨਹੀਂ ਆਂਦਾ। ਜਿਸ ਦੇ ਅੰਦਰ ਪ੍ਰੇਮ ਜਾਗਿਆ ਮਿਲਣ ਦੇ ਲਈ, ਜਦੋਂ ਤੱਕ ਵਾਹਿਗੁਰੂ ਪਿਆਰਾ ਪ੍ਰਭੂ ਉਹਨਾਂ ਨੂੰ ਜੀਵਨ ਦੇ ਅੰਦਰ ਮਿਲਦਾ ਨਹੀਂ। ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮੇਲੇ ਹੋ ਮਿੱਤਰ ਸੁਖ ਦਾਤਾ। ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਹੇ ਮੇਰੇ ਸੱਜਣ, ਹੇ ਮੇਰੇ ਪਿਆਰੇ ਭਾਈ, ਕਿਰਪਾ ਕਰੋ ਮੈਨੂੰ ਮਿਲਾ ਦਿਓ ਉਹ ਮਿੱਤਰ ਜਿਹੜਾ ਆਨੰਦ ਦਾ ਦਾਤਾ ਹੈ। ਕੌਣ? ਗੁਰੂ। ਇੱਥੇ ਉਹਨ ਗੁਰੂ ਦੀ ਗੱਲ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇੱਥੇ ਸਤਿਗੁਰੂ ਜੀ ਆਖਦੇ ਨੇ ਬੇਨਤੀ ਕਰਕੇ, ਹੇ ਸੱਜਣ, ਹੇ ਮੇਰੇ ਪਿਆਰੇ ਵੀਰ, ਮੈਨੂੰ ਉਹ ਗੁਰੂ ਜਿਹੜਾ ਸੁੱਖਾਂ ਦਾ ਦਾਤਾ ਹੈ, ਆਨੰਦ ਦਾ ਦਾਤਾ ਹੈ, ਮੈਨੂੰ ਕਿਰਪਾ ਕਰਕੇ ਮਿਲਾ ਦੇ, ਮੇਰਾ ਉਸ ਨਾਲ ਮਿਲਾਪ ਹੋ ਜਾਵੇ। ਉਹ ਜੀ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੈ ਹਰ ਕੀਆਂ ਬਾਤਾਂ। ਆਨੰਦ ਦਾ ਦਾਤਾ ਗੁਰੂ ਜਿਹੜਾ ਹੈ, ਉਹ ਮੇਰੇ ਅੰਦਰ ਦੀ ਭਾਵਨਾ ਨੂੰ ਜਾਣਦਾ ਹੈ ਤੇ ਨਿਤ ਵਾਹਿਗੁਰੂ ਦੀਆਂ ਬਾਤਾਂ ਸੁਣਾਉਂਦਾ ਹੈ, ਵਾਹਿਗੁਰੂ ਦੇ ਘਰ ਦੀਆਂ ਗੱਲਾਂ ਸੁਣਾਉਂਦਾ ਹੈ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਇੱਕ ਅੰਗ ਤੋਂ ਲੈ ਕੇ 1430 ਤੱਕ ਆ ਜਿੰਨਾ ਕੁਝ ਵੀ ਮਹਾਰਾਜ ਨੇ ਕਿਰਪਾ ਕੀਤੀ, ਭਗਤ ਜਨਾਂ ਨੇ, ਭੱਟਾ ਸਾਹਿਬਾਨ ਨੇ, ਸਿੱਖਾਂ ਨੇ ਤੇ ਗੁਰੂ ਸਾਹਿਬਾਨ ਨੇ, ਇਹ ਸਾਰੀਆਂ ਹਰਕੀਆਂ ਬਾਤਾਂ ਹੀ ਨੇ। ਆਪ ਜੀ ਬਹੁਤ ਵਾਰੀ ਇਹ ਪੜ੍ਹਦੇ ਹੋ ਨਾ, ਜਾਨੀ ਜਾਨੀ ਰੇ, ਮਹਾਰਾਜ ਆਖਦੇ ਨੇ ਉਸ ਵਾਹਿਗੁਰੂ ਪਰਮਾਤਮਾ ਦੇ ਘਰ ਦੀ ਮੈਂ ਗੱਲ ਜਾਣ ਲਈ। ਕਿਸ ਵਾਹਿਗੁਰੂ ਪਰਮਾਤਮਾ ਦੇ? ਜਿਹੜਾ ਸਤ ਸੰਗਤ ਸੁੱਖਾਂ ਦਾ ਦਾਤਾ ਹੈ। ਕਿਉਂਕਿ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜਿਓ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਾਂ ਹਰ ਕੀਆਂ ਕਥਾ ਕਹਾਣੀਆਂ, ਗੁਰ ਮੀਤ ਸੁਨਾਈਆਂ, ਬਲਿਹਾਰੀ ਗੁਰ ਆਪਣੇ, ਗੁਰ ਕਉ ਬਲ ਜਾਈਆਂ। ਜਾਨੀ ਜਾਨੀ ਰੇ ਰਾਮ ਕੀ ਕਹਾਣੀ। ਕੀ ਕਹਾਣੀ ਹੈ ਵਾਹਿਗੁਰੂ ਦੀ? ਰੋਜ਼ ਪੜ੍ਹਦੇ ਹੋ ਨਾ, ਉਹਨੇ ਭਾਈ ਸਾਹਿਬ ਪੜ੍ਹ ਕੇ ਗਏ ਨੇ, ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਕੀਆਂ ਬਾਤਾਂ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰ ਕੀਆਂ ਬਾਤਾਂ ਕੌਣ ਸੁਣਾਉਂਦਾ ਹੈ? ਕੇਵਲ ਤੇ ਕੇਵਲ ਗੁਰੂ। ਗੁਰੂ ਕੋਲ ਆਵਾਂਗੇ, ਕੇਵਲ ਸਾਨੂੰ ਵਾਹਿਗੁਰੂ ਦੀ ਜਾਣਕਾਰੀ ਪ੍ਰਾਪਤ ਹੋਵੇਗੀ। ਕਿਉਂਕਿ ਇੱਥੇ ਹੋਰ ਦੂਜੀ ਗੱਲ ਕੋਈ ਨਹੀਂ। ਉਹ ਮੇਰਾ ਸਤਿਗੁਰੂ ਜਿਹੜਾ ਸੁੱਖਾਂ ਦਾ ਦਾਤਾ ਹੈ, ਆਨੰਦ ਦਾ ਦਾਤਾ ਹੈ, ਉਹ ਮੇਰੇ ਅੰਦਰ ਦੀ ਜਾਣਦਾ ਹੈ ਭਾਵਨਾ ਨੂੰ, ਤੇ ਉਹ ਵਾਹਿਗੁਰੂ ਪਰਮਾਤਮਾ ਦੀਆਂ ਗੱਲਾਂ ਸੁਣਾਉਂਦਾ ਹੈ। ਹਉ ਇੱਕ ਖਿਨ ਤਿਸ ਬਿਨ ਰਹਿ ਨਾ ਸਕਾ, ਜਿਉ ਚਾਤ੍ਰਿਕ ਜਲ ਕਉ ਬਿਲ ਲਾਤਾ। ਮੈਂ ਵਾਹਿਗੁਰੂ ਤੋਂ ਬਗੈਰ ਇੱਕ ਖਿਨ ਭਰ ਵੀ ਨਹੀਂ ਰਹਿ ਸਕਦਾ। ਕਿਵੇਂ? ਜਿਵੇਂ ਬਬੀਹਾ ਜਾਂ ਪਪੀਹਾ, ਦੋ ਅੱਖਰ ਵਰਤੇ ਜਾਂਦੇ ਨੇ, ਬਾਬੀਹਾ ਪਪੀਹਾ। ਜਿਵੇਂ ਸਵਾਤੀ ਬੂੰਦ ਵਾਸਤੇ ਬਿਰਲਾਪ ਕਰਦਾ ਹੈ, ਬਿਰਲਾਂਦਾ ਹੈ। ਚਾਤ੍ਰਿਕ ਚਿਤਵਤ ਬਰਸਤ ਮਿਹੀ, ਕਿਰਪਾ ਸਿੰਧ ਕਿਰਪਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨਿਹ। ਜਿਵੇਂ ਚਾਤ੍ਰਿਕ ਪਪੀਹਾ
ਸਵਾਂਤੀ ਬੂੰਦ ਵਾਸਤੇ ਵਿਰਲਾਪ ਕਰਦਾ ਹੈ, ਬਿਰਲਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਜੀ ਮੇਰੇ ਅੰਦਰ ਵੀ ਤੇਰੇ ਪ੍ਰਤੀ ਤੜਫ ਹੈ। ਤੇਰੇ ਤੋਂ ਬਗੈਰ ਮੇਰਾ ਵੀ ਵਿਰਲਾਪ, ਮੇਰੀ ਵੀ ਅੰਦਰ ਦੀ ਜਿਹੜੀ ਨਾ ਸ਼ਾਂਤੀ, ਉਹ ਮੈਨੂੰ ਪ੍ਰਾਪਤ ਨਹੀਂ ਹੁੰਦੀ। ਹਉ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕਉ ਰਖ ਲੇਤਾ। ਵਾਹਿਗੁਰੂ ਜੀ, ਮੈਂ ਤੇਰੇ ਸਾਰੇ ਗੁਣਾਂ ਨੂੰ ਕਿਵੇਂ ਚੇਤੇ ਕਰਾਂ ਕਿ ਮੇਰੇ ਉੱਤੇ ਤੂੰ ਕੀ ਪਰਉਪਕਾਰ ਕੀਤਾ ਹੈ। ਸਾਧ ਸੰਗਤ, ਤੁਹਾਡੇ ਵਿੱਚੋਂ ਬਹੁਤ ਸਾਰੇ ਪ੍ਰੇਮੀ ਜਿਵੇਂ ਨਿਤਨੇਮ ਦੀ ਬਾਣੀ ਦਾ ਪਾਠ ਕਰਦੇ ਨੇ, ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਨੇ, ਤੇ ਮੈਂ ਬੇਨਤੀ ਕਰਾਂ ਜਿਹੜਾ ਪ੍ਰੇਮੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, ਇੱਕ ਇੱਕ ਗੁਣ ਜਿਹੜਾ ਵਾਹਿਗੁਰੂ ਪਰਮਾਤਮਾ ਨੇ ਸਾਡੇ ਉੱਤੇ ਕੀਤਾ ਪਰਉਪਕਾਰ, ਉਸ ਦਾ ਵਰਣਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੀ ਜਗ੍ਹਾ ਕੀਤਾ ਹੈ। ਜੇ ਆਪਾਂ ਚੌਥੀ ਅਸ਼ਟਪਦੀ ਪੜ੍ਹ ਲਈਏ ਸ਼ਲੋਕ ਦੇ ਨਾਲ, ਤਾਂ ਸਾਨੂੰ ਉਸ ਦੇ ਗੁਣਾਂ ਦਾ ਚੇਤਾ ਕਰਾਇਆ ਗਿਆ। ਜੇ 6ਵੀਂ ਅਸ਼ਟਪਦੀ ਪੜ੍ਹ ਲਈਏ ਤੇ ਕੱਲੀ ਕੱਲੀ ਗੱਲ ਜਿਹੜੇ ਪਰਉਪਕਾਰ ਨੇ ਵਾਹਿਗੁਰੂ ਦੇ ਸਾਨੂੰ ਚੇਤੇ ਕਰਾਏ ਗਏ ਨੇ। ਮੈਂ ਬੇਨਤੀ ਕਰਾਂ, ਪਾਠ ਕਰਨਾ ਹੈ ਇਸ ਵਾਸਤੇ ਕਿ ਜੋ ਸਤਿਗੁਰੂ ਬਾਣੀ ਦੇ ਰਾਹੀਂ ਕਹਿ ਰਹੇ ਨੇ, ਉਸ ਦਾ ਕਿਨਕਾ ਮਾਤਰ ਸਾਡੇ ਅੰਦਰ ਵੀ ਵਸਦਾ ਜਾਵੇ। ਮਹਾਰਾਜ ਆਖਦੇ ਨੇ ਵਾਹਿਗੁਰੂ ਦੇ ਕਿੰਨੇ ਪਰਉਪਕਾਰ ਨੇ। ਆਪਾਂ ਬਚਨ ਪੜ੍ਹਦੇ ਹਨ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ, ਮੈਂ ਤੇਰਾ ਕਿਹੜਾ ਕਿਹੜਾ ਗੁਣ ਚੇਤੇ ਕਰਾਂ। ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੈ ਦਿਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ, ਰਾਖਨ ਹਾਰ ਸਮਾਰ ਜਨ, ਸਗਲੇ ਛੋੜ ਵਿਚਾਰ ਮਨ। ਨਿਰਗੁਣ ਯਾਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਹੀ ਨਾਲ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਸਤਿਗੁਰੂ ਜੀ ਆਖਦੇ ਨੇ, ਮੈਂ ਤੇਰਾ ਕਿਹੜਾ ਕਿਹੜਾ ਗੁਣ ਚੇਤੇ ਕਰਾਂ। ਤੇਰੀ ਤਾਂ ਇਹ ਕਿਰਪਾ ਹੈ, ਮੇਰੇ ਵਿੱਚ ਇੱਕ ਵੀ ਗੁਣ ਗਈ, ਮੈਂ ਗੁਨਾਹ ਤੋਂ ਰਹਿਤ ਹਾਂ, ਪਰ ਤਾਂ ਵੀ ਤੂੰ ਮੇਰੇ ਉੱਤੇ ਆਪਣੀ ਮਿਹਰ ਦਾ ਹੱਥ ਰੱਖਿਆ, ਮੈਨੂੰ ਆਪਣੇ ਚਰਨਾਂ ਵਿੱਚ ਟਿਕਾਇਆ, ਮੇਰੇ ਉੱਤੇ ਕਿਰਪਾ ਕੀਤੀ ਹੈ। ਹਉ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕੋ ਰੱਖ ਲੇਤਾ। ਮੇਰੇ ਵਰਗੇ ਨਿਰਗੁਣ ਨੂੰ ਜਿਸ ਦੇ ਅੰਦਰ ਕੋਈ ਗੁਣ ਨਹੀਂ, ਫਿਰ ਵੀ ਤੂੰ ਸਾਡੀ ਰੱਖਿਆ ਕਰਦਾ ਹੈ, ਸਾਡੇ ਉੱਤੇ ਆਪਣੇ ਮਿਹਰ ਦਾ ਹੱਥ ਰੱਖਦਾ ਹੈ। ਕਿਹੜਾ ਕਿਹੜਾ ਗੁਣ ਵਾਹਿਗੁਰੂ ਪਰਮਾਤਮਾ ਜੀ ਮੈਂ ਤੇਰਾ ਚੇਤੇ ਕਰਾਂ। ਹਉ ਭਈ ਉਡੀਣੀ ਕੰਤ ਕਉ ਅਮਾਲੀ, ਸੋ ਪਿਰ ਕਦ ਨੈਣੀ ਦੇਖਾ। ਮੈਂ ਉਡੀਕ ਰਹੀ ਹਾਂ, ਹੇ ਸਖੀ, ਕਿਹੜਾ ਪਲ ਕਿਹੜੀ ਘੜੀ ਹੋਵੇ ਮੈਨੂੰ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਹੋ ਜਾਣ। ਉਡੀਨੀ ਆਪਾਂ ਆਮ ਸ਼ਬਦ ਵਰਤਦੇ ਹਾਂ, ਉਡੀਕਣਾ, ਉਡੀਕ। ਹੁਣ ਮਹਾਰਾਜ ਕਿਰਪਾ ਕਰਦੇ ਨੇ, ਸਤਿਗੁਰੂ ਪਾਵਨ ਬਾਣੀ ਦੇ ਅੰਦਰ ਹਾਰ ਦੀ ਗੱਲ, ਬਸਤਰਾਂ ਦੀ ਗੱਲ, ਜਾਂ ਹੋਰ ਖਾਣ ਪੀਣ ਦੇ ਭੋਜਨ, ਇਹਨਾਂ ਦੀ ਗੱਲ ਕਰਕੇ ਸਮਝਾਉਂਦੇ ਨੇ। ਮੋਹਨ ਨੀਂਦ ਨਾ ਆਵੈ, ਹਾਵੈ ਹਾਰ, ਕਜਰ,
ਬਸਤਰ ਆਭਰਨ ਕੀਨੇ। ਹੁਣ ਇੱਥੇ ਹਾਰ ਤੋਂ ਭਾਵ ਗਲੇ ਦਾ ਹਾਰ ਪਾਇਆ ਗਲ ਵਿੱਚ। ਕਜਰ ਤੋਂ ਭਾਵ ਹੈ ਕਜਲ, ਕਜਲ ਤੋਂ ਭਾਵ ਹੈ ਸੁਰਮਾ। ਬਸਤਰ ਪਾਏ ਸੋਹਣੇ ਸੋਹਣੇ, ਆਭਰਨ ਗਹਿਣੇ ਮੈਂ ਆਪਣੇ ਸਰੀਰ ਤੇ ਸਜਾਏ, ਪਰ ਨਿੰਦਰ ਫਿਰ ਨਹੀਂ ਆ ਰਹੀ। ਮੋਹਨ ਨੀਂਦ ਨਾ ਆਵੇ ਹਾਵੇ, ਹਾਵੇ ਤੋਂ ਭਾਵ ਹਉਕੇ। ਹਾਰ ਕਜਰ ਬਸਤਰ ਆਭਰਨ ਕੀਨੇ, ਉਡੀਨੀ 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 ਕਬ ਘਰ ਆਵੈ ਰੀ। ਉਡੀਕ ਰਹੀ ਹਾਂ, ਉਡੀਕ ਰਹੀ ਹਾਂ, ਉਡੀਕ ਰਹੀ ਹਾਂ, ਕਦੋਂ ਮਾਲਕ ਘਰ ਦੇ ਵਿੱਚ ਆਵੇ, ਕਦੋਂ ਉਹ ਮੇਰੇ ਘਰ ਦੇ ਵਿੱਚ ਆਵੇ। ਮਹਾਰਾਜ ਕਿਰਪਾ ਕਰਦੇ ਨੇ ਇੱਥੇ, ਹਉ ਭਈ ਉਡੀਨੀ ਕੰਤ ਕੋ ਅਮਾਲੀ, ਸੋ ਫਿਰ ਕਦ ਨੈਣੀ ਦੇਖਾ। हे ਸਖੀ, ਮੈਂ ਉਡੀਕ ਰਹੀ ਹਾਂ, ਕਿਹੜਾ ਉਹ ਪਲ, ਕਿਹੜੀ ਉਹ ਘੜੀ ਹੋਵੇ, ਮੈਂ ਅੱਖਾਂ ਦੇ ਨਾਲ ਪਿਆਰੇ ਦੇ ਦਰਸ਼ਨ ਕਰਾਂ। ਸਭ ਰਸ ਭੋਗਣ ਵਿਸਰੇ, ਬਿਨ ਪਿਰ ਕਿਤੈ ਨਾ ਲੇਖਾ। ਸਾਰੇ ਰਸ ਮੈਨੂੰ ਹੁਣ ਵਿਸਰ ਗਏ ਨੇ, ਕਿਉਂਕਿ ਮੈਨੂੰ ਸਮਝ ਆ ਗਈ ਹੈ, ਜੇ ਪਿਆਰੇ ਦਾ ਮਿਲਾਪ ਨਹੀਂ, ਇਹ ਰਸ ਕਿਸੇ ਲੇਖੇ ਵਿੱਚ ਨਹੀਂ, ਇਹ ਕਿਸੇ ਗਿਣਤੀ ਵਿੱਚ ਨਹੀਂ। ਇਹਨਾਂ ਤੋਂ ਮੈਂ ਹੁਣ ਬਹੁਤ ਉੱਚੀ ਉੱਠ ਗਈ ਹਾਂ। ਫਿਰ ਧਿਆਨ ਦੇਵਿਓ, ਕਿੰਨੇ ਕੁ ਰਸ ਨੇ ਜਿਨ੍ਹਾਂ ਵਿੱਚ ਸਾਡੀ ਜ਼ਿੰਦਗੀ ਬਤੀਤ ਹੋ ਰਹੀ ਹੈ, ਤੇ ਸਾਨੂੰ ਨਾਮ ਰਸ ਨਹੀਂ ਆ ਰਿਹਾ। ਸ੍ਰੀ ਰਾਗ ਦੇ ਅੰਦਰ ਬਾਬਾ ਨਾਨਕ ਜੀ ਦਾ ਬਚਨ ਹੈ, ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਘੋੜੇ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਕਿੱਥੇ ਹੈ ਨਾਮ ਦਾ ਵਾਸਾ, ਜਿੱਥੇ ਇੰਨੇ ਰਸਾਂ ਦੀ ਬਹੁਤਾਤ ਹੈ, ਭਰਮਾਰ ਹੈ। ਮਹਾਰਾਜ ਨੇ ਬੰਗਲਾ ਸਾਹਿਬ ਗੁਰੂ ਘਰ ਦੇ ਅੰਦਰ ਔਰੰਗਜ਼ੇਬ ਮਿਲਣ ਵਾਸਤੇ ਆਇਆ, ਦਰਸ਼ਨ ਨਹੀਂ ਦਿੱਤੇ, ਨਹੀਂ ਦਿੱਤੇ। ਬੜਾ ਯਤਨ ਕੀਤਾ, ਪਰ ਅਖੀਰ ਉਹਨੇ ਮੰਗ ਕੀਤੀ ਵਿਦਵਾਨਾਂ ਦੇ ਕਹਿਣ ਮੁਤਾਬਕ, ਕੋਈ ਐਸਾ ਉਪਦੇਸ਼ ਹੀ ਕਰ ਦਿਓ ਜੇ ਦਰਸ਼ਨ ਨਹੀਂ ਦੇਣੇ, ਜਿਸ ਉਪਦੇਸ਼ ਨੂੰ ਮੈਂ ਆਪਣੇ ਜੀਵਨ ਦਾ ਆਧਾਰ ਹੀ ਬਣਾ ਲਵਾਂ। ਤੇ ਮਹਾਰਾਜ ਨੇ ਫਿਰ ਸ਼ਬਦ ਜਿਹੜਾ ਦਿੱਤਾ ਨਾ, ਕਿਆ ਖਾਦੇ ਕਿਆ ਪੈਦੇ ਹੋਏ, ਜਾਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਚੈ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਮੈਲੀ ਆਵੇ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਇਹ ਗੱਲ ਚੇਤੇ ਰੱਖਿਓ, ਸਾਨੂੰ ਖਾਣ ਤੋਂ ਨਹੀਂ ਰੋਕਿਆ, ਸਾਨੂੰ ਪਦਾਰਥ ਛਕਣ ਤੋਂ ਨਹੀਂ ਰੋਕਿਆ, ਪਰ ਇੱਕ ਗੱਲ ਕਹੀ ਹੈ, ਸਤਿਗੁਰੂ ਨੂੰ ਮਿਲ ਕੇ ਛਕ, ਵਾਹਿਗੁਰੂ ਨੂੰ ਚੇਤੇ ਕਰਕੇ ਛਕ, ਫਿਰ ਤੇਰਾ ਛਕਿਆ ਜਿਹੜਾ ਹੈ ਨਾ ਪ੍ਰਵਾਨ ਹੈ, ਤੇਰਾ ਖਾਧਾ ਪ੍ਰਵਾਨ ਹੈ, ਤੇਰਾ ਪਾਇਆ ਪ੍ਰਵਾਨ ਹੈ, ਤੇਰਾ ਖੇਡਿਆ ਪ੍ਰਵਾਨ ਹੈ। ਨਾਨਕ ਸਤਿਗੁਰੂ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਇੱਥੇ ਮਹਾਰਾਜ ਆਖਦੇ ਨੇ, ਹੁਣ ਕੁਝ ਵੀ ਚੰਗਾ ਨਹੀਂ ਲੱਗਦਾ। ਆ ਜਿਹੜੇ ਸਾਰੇ ਪਦਾਰਥਾਂ ਦੇ ਭੋਗ ਨੇ ਨਾ, ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਕਿਸੇ ਗਿਣਤੀ ਦੇ ਵਿੱਚ ਨਹੀਂ। ਇਹੋ ਕਾਪੜ ਤਨ ਨਾ ਸੁਖਾਵਈ, ਕਰ ਨਾ ਸਕੋ ਹਉ ਵੇਸਾ। ਹੁਣ ਤਾਂ ਸਰੀਰ ਤੇ ਕੱਪੜਾ ਪਾਣਾ ਵੀ ਚੰਗਾ ਨਹੀਂ ਲੱਗਦਾ। ਭਾਵ ਜੇ ਪਾ ਸਕਦਾ ਹੁੰਦਾ ਤੇ ਮੈਂ ਵੀ ਕੋਈ ਵੇਸ ਕਰ ਲੈਂਦਾ, ਪਰ ਮੈਨੂੰ ਪਤਾ ਹੈ ਵੇਸਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਜਿਹੜਾ ਨਾ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਭੇਖੀ ਪ੍ਰਭੂ ਨਾ ਲੱਭਈ, ਵਿਨ ਸੱਚੀ ਸਿੱਖੰ। ਮਹਾਰਾਜ ਆਖਦੇ ਨੇ, ਹੁਣ ਤਾਂ ਤਨ ਤੇ ਕੱਪੜਾ ਵੀ ਜਿਹੜਾ ਨਾ ਉਹ ਵੀ ਚੰਗਾ ਨਹੀਂ ਲੱਗਦਾ, ਤੇ ਮੈਂ ਕਿਹੜਾ ਵੇਸ ਕਰਾਂ
ਭਾਵ ਮੈਂ ਕਿਹੜਾ ਪਹਿਰਾਵਾ ਪਾਵਾਂ ਜਿਸ ਦੇ ਪਾਣ ਨਾਲ ਵਾਹਿਗੁਰੂ ਦੀ ਕਿਰਪਾ ਹੋ ਜਾਵੇ। ਜਿਨੀ ਸਖੀ ਲਾਲ ਰਾਵਿਆ ਪਿਆਰਾ, ਤਿਨ ਆਗੈ ਹਮ ਆਦੇਸਾ। ਜਿਨ੍ਹਾਂ ਸੁਹਾਗਣਾ ਨੇ ਹੇ ਸਖੀ ਉਸ ਵਾਹਿਗੁਰੂ ਪਰਮਾਤਮਾ ਨੂੰ ਰਾਵਿਆ ਹੈ, ਉਸ ਨਾਲ ਮਿਲਾਪ ਕੀਤਾ ਹੈ, ਉਹਨਾਂ ਅੱਗੇ ਹੀ ਮੈਂ ਆਦੇਸ਼ਾਂ ਤੋਂ ਭਾਵ ਨਮਸਕਾਰ ਕਰਦੀ ਹਾਂ, ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਮੇਰਾ ਵੀ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ। ਮੈਂ ਸਭ ਸਿਗਾਰ ਬਣਾਇਆ ਅਮਾਲੀ, ਬਿਨ ਪਿਰ ਕਾਮਨ ਆਏ। ਹੇ ਅਮਾਲੀ ਹੇ ਸਖੀ ਮੈਂ ਸਾਰੇ ਸ਼ਿੰਗਾਰ ਕੀਤੇ ਨੇ, ਪਰ ਵਾਹਿਗੁਰੂ ਪਰਮਾਤਮਾ ਦੇ ਮਿਲਾਪ ਤੋਂ ਬਗੈਰ ਮੇਰੇ ਉਹ ਸ਼ਿੰਗਾਰ ਕਿਸੇ ਕੰਮ ਨਹੀਂ ਆਏ। ਕਿਉਂਕਿ ਕਾਮਨ ਤਉ ਸ਼ਿੰਗਾਰ ਕਰ, ਜਾਂ ਪਹਿਲਾਂ ਕੰਤ ਮਿਲਾਏ ਮਨਾਏ। ਪਹਿਲਾਂ ਕੰਤ ਨੂੰ ਮਨਾ ਤੇ ਫਿਰ ਸ਼ਿੰਗਾਰ ਕਰੀ। ਸ਼ਿੰਗਾਰ ਦੁਨੀਆ ਵਾਸਤੇ ਨਹੀਂ, ਸ਼ਿੰਗਾਰ ਪਤੀ ਦੀ ਖੁਸ਼ੀ ਵਾਸਤੇ ਆ। ਫਿਰ ਧਿਆਨ ਦੇਵਿਓ, ਸ਼ਿੰਗਾਰ ਸੰਸਾਰੀ ਵਿਖਾਵਾ ਨਹੀਂ, ਸ਼ਿੰਗਾਰ ਕੇਵਲ ਤੇ ਕੇਵਲ ਪਤੀ ਦੀ ਭਾਵ ਖੁਸ਼ੀ ਵਾਸਤੇ ਆ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਸਿਆਣਿਆਂ ਨੇ ਜਿਹੜੇ ਤੱਤ ਕੱਢੇ ਸੀ ਨਾ ਜ਼ਿੰਦਗੀ ਦੇ, ਉਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਬੜੇ ਸੁਚੱਜੇ ਢੰਗ ਨਾਲ ਵਰਤਿਆ। ਵੱਖਰੀ ਗੱਲ ਹੈ ਅੱਜ ਦਾਜ ਵਿੱਚ ਬੜਾ ਕੁਝ ਦਿੱਤਾ ਜਾਂਦਾ ਹੈ, ਦਾਜ ਪ੍ਰਥਾ ਦਾ ਖੰਡਨ ਵੀ ਹੈ ਗੁਰਮਤ ਦੇ ਅੰਦਰ। ਪਰ ਧਿਆਨ ਦੇਵਿਓ ਸਾਧ ਸੰਗਤ, ਪਹਿਲਾਂ ਜਦੋਂ ਤੱਕ ਬੱਚੀ ਪਤੀ ਨਾਲ ਵਿਆਹੀ ਨਹੀਂ ਸੀ ਜਾਂਦੀ ਜਾਂ ਵਿਆਹ ਦੀ ਤਿਆਰੀ ਨਹੀਂ ਸੀ ਹੋ ਜਾਂਦੀ, ਉਦੋਂ ਤੱਕ ਸ਼ਿੰਗਾਰ ਕਰਨ ਦਾ ਉਹਨੂੰ ਹੱਕ ਨਹੀਂ ਸੀ। ਧਿਆਨ ਦੇਵਿਓ, ਸ਼ਿੰਗਾਰ ਕਰਨ ਦਾ ਹੱਕ ਨਹੀਂ ਸੀ। ਪਰ ਜਦੋਂ ਬੱਚੀ ਦਾ ਵਿਆਹ ਹੋ ਜਾਂਦਾ ਹੈ, ਉਸ ਵੇਲੇ ਮਾਂ ਪਿਓ ਆਪ ਸ਼ਿੰਗਾਰ ਦਾ ਸਮਾਨ ਖਰੀਦ ਕੇ ਦਿੰਦਾ। ਅੱਜ ਤੈਨੂੰ ਅਧਿਕਾਰ ਹੈ, ਅੱਜ ਤੈਨੂੰ ਹੱਕ ਹੈ ਕਿ ਤੂੰ ਸ਼ਿੰਗਾਰ ਆਪਣੇ ਜੀਵਨ ਦੇ ਅੰਦਰ ਕਰ। ਸਖੀ ਕਾਜਲ ਹਾਰ ਤੰਬੋਲ ਸਭੇ ਕਿਛ ਸਾਜਿਆ, 16 ਕੀਏ ਸ਼ਿੰਗਾਰ ਕਿ ਅੰਜਨ ਪਾਜਿਆ। ਜੇ ਕਰ ਆਵੇ ਕੰਤ ਤਾਂ ਸਭ ਕਿਛ ਪਾਈਐ, ਹਰ ਹਾਂ ਕੰਤੇ ਬਾਦ ਸ਼ਿੰਗਾਰ ਸਭ ਬਿਰਥਾ ਜਾਈਐ। ਕਾਮਨ ਤਉ ਸ਼ਿੰਗਾਰ ਕਰ, ਜਾਂ ਪਹਿਲਾਂ ਕੰਤ ਮਨਾਏ। ਮਤ ਸੇਜੈ ਕੰਤ ਨਾ ਆਵਈ, ਐਵੇਂ ਬਿਰਥਾ ਜਾਏ। ਬੜੇ ਸ਼ਿੰਗਾਰ ਕੀਤੇ ਮਹਾਰਾਜ ਆਖਦੇ ਹਨ, ਪਰ ਪ੍ਰਭੂ ਪਤੀ ਦੇ ਮਿਲਾਪ ਤੋਂ ਬਗੈਰ ਉਹ ਕਰਮ ਕਾਂਡਾਂ ਦੇ ਸ਼ਿੰਗਾਰ ਕਿਸੇ ਕੰਮ ਨਹੀਂ ਆਏ। ਜਾਂ ਸਹਿਬਾਤ ਨਾ ਪੁੱਛੀਐ ਅਮਾਲੀ, ਤਾਂ ਬਿਰਥਾ ਜੋਬਨ ਸਭ ਜਾਏ। ਇਹ ਸਹੇਲੀ ਜੇ ਵਾਹਿਗੁਰੂ ਪਰਮਾਤਮਾ ਨੇ ਬਾਤ ਨਹੀਂ ਪੁੱਛੀ ਤੇ ਇਹ ਸਭ ਕੁਝ ਜੀਵਨ ਜਿਹੜਾ ਨਾ ਬਿਰਥਾ ਹੀ ਚਲਾ ਜਾਂਦਾ ਹੈ। ਧਨ ਧਨ ਤੇ ਸੁਹਾਗਣੀ ਅਮਾਲੀ, ਜਿਨ ਸਹੋ ਰਹਿਆ ਸਮਾਏ। ਇਹ ਸਖੀ ਉਹ ਧਨ ਕਹਿਣ ਦੇ ਯੋਗ ਹਨ ਸੁਹਾਗਣਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਤੇ ਉਸ ਵਿੱਚ ਲੀਨ ਹੋ ਗਿਆ। ਨੌ ਵਾਰਿਆ ਤਿੰਨ ਸੁਹਾਗਣੀ ਅਮਾਲੀ, ਤਿੰਨ ਕੇ ਧੋਵਾ ਸਦ ਪਾਏ। ਇਹ ਸਹੇਲੀ ਮੈਂ ਉਹਨਾਂ ਸੁਹਾਗਣਾ ਤੋਂ ਵਾਰਨੇ ਜਾਂਦੀ ਹਾਂ, ਉਹਨਾਂ ਦੇ ਚਰਨ ਧੋ ਧੋ ਕੇ ਪੀਂਦੀ ਹਾਂ। ਜਿਚਰ ਦੂਜਾ ਭਰਮ ਸਾ ਅਮਾਲੀ, ਤਿਚਰ ਮੈਂ ਜਾਣਿਆ ਪ੍ਰਭ ਦੂਰੇ। ਇਹ ਸਖੀ ਜਦੋਂ ਤੱਕ ਮੈਨੂੰ ਕਿਸੇ ਹੋਰ ਦਾ ਆਸਰਾ ਸੀ, ਮੇਰੇ ਅੰਦਰ ਭਰਮ ਬਣਿਆ ਹੋਇਆ ਸੀ, ਉਦੋਂ ਤੱਕ ਵਾਹਿਗੁਰੂ ਪਰਮਾਤਮਾ ਨੂੰ ਮੈਂ ਦੂਰ ਹੀ ਸਮਝਦੀ ਰਹੀ। ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ, ਤਾਂ ਆਸਾ ਮਨਸਾ ਸਭ ਪੂਰੇ। ਪਰ ਜਦੋਂ ਹੇ ਸਖੀ ਮੈਨੂੰ ਪੂਰਾ ਗੁਰੂ ਮਿਲ ਗਿਆ, ਉਸ ਵੇਲੇ ਪੂਰੇ ਗੁਰੂ ਨੇ ਜਿੱਥੇ ਮੈਨੂੰ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਇਆ, ਉੱਥੇ ਮੇਰੀਆਂ ਸਾਰੀਆਂ ਇਸ਼ਾਵਾ ਮਨਸਾ ਆਸਾ ਸਭ ਪੂਰੀਆਂ ਹੋ ਗਿਆ। ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ,
ਫਿਰ ਸਰਬ ਰਹਿਆ ਭਰਪੂਰੇ। ਸਾਰੇ ਸੁੱਖਾਂ ਦਾ ਸ੍ਰੇਸ਼ਟ ਸੁੱਖ ਪ੍ਰਭੂ ਮਿਲਾਪ ਜਿਹੜਾ ਹੈ ਨਾ ਜਦੋਂ ਮੈਨੂੰ ਪ੍ਰਾਪਤ ਹੋ ਗਿਆ ਤੇ ਸਾਰੇ ਪਾਸੇ ਮੈਨੂੰ ਉਹ ਵਾਹਿਗੁਰੂ ਪਰਮਾਤਮਾ ਰਮਿਆ ਹੋਇਆ ਨਜ਼ਰ ਆ ਗਿਆ। ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤ ਗੁਰ ਕੈ ਲਗ ਪੈਰੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਗੁਰੂ ਪੂਰੇ ਦੇ ਚਰਨੀ ਲੱਗ ਕੇ ਮੈਂ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਮਲਾਪ ਵਾਲਾ ਜਿਹੜਾ ਆਨੰਦ ਹੈ ਨਾ ਉਹ ਮਾਰਿਆ। ਸਾਧ ਸੰਗਤ ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਦਾਤਾਂ ਪ੍ਰਾਪਤ ਕਰਕੇ ਦਾਤੇ ਨਾਲ ਜੁੜੀਏ, ਗੁਰੂ ਦੀ ਕਿਰਪਾ ਦੇ ਕਿਰਪਾ ਦੇ ਪਾਤਰ ਬਣੀਏ ਤੇ ਸਤ ਸੰਗੀਆਂ ਦਾ ਮਿਲਾਪ ਆਪਣੇ ਜੀਵਨ ਦੇ ਅੰਦਰ ਕਰੀਏ। ਆਓ ਓੰਕਾਰ ਬਾਣੀ ਦੀ ਸਾਧ ਸੰਗਤ ਜਿਹੜੀ ਵਿਚਾਰ ਲਗਾਤਾਰ ਆਪ ਜੀ ਸਰਵਨ ਕਰ ਰਹੇ ਹੋ, ਅੱਜ 8ਵੀਂ ਪੌੜੀ ਜਿਹੜੀ ਹੈ ਉਸ ਦੀ ਵਿਚਾਰ ਜਿਹੜੀ ਬਾਬਾ ਨਾਨਕ ਜੀ ਨੇ ਪਾਂਡੇ ਨੂੰ ਦਿੱਤੀ, ਆਪਾਂ ਵੀ ਸਰਵਨ ਕਰੀਏ। ਪੂਰਮ ਧੂਰਮ ਜੋਤ ਉਜਾਲਾ, ਤੀਨ ਭਵਨ ਮਹਿ ਗੁਰ ਗੋਪਾਲਾ। ਊਰਮ ਧੂਰਮ ਜੋਤ ਉਜਾਲਾ। ਊਰਮ ਤੋਂ ਭਾਵ ਹੈ ਧਰਤੀ ਤੇ ਧੂਰਮ ਤੋਂ ਭਾਵ ਹੈ ਧੂਆਂ, ਧੂਵੇਂ ਤੋਂ ਭਾਵ ਆਕਾਸ਼। ਜੋਤ ਉਜਾਲਾ, ਧਰਤੀ ਅਤੇ ਆਕਾਸ਼, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਵਾਹਿਗੁਰੂ ਪਰਮਾਤਮਾ ਦੀ ਜੋਤ ਚਾਨਣਾ ਕਰ ਰਹੀ ਹੈ, ਪ੍ਰਕਾਸ਼ ਕਰ ਰਹੀ ਹੈ। ਕਿਉਂਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜ਼ਿਮੀ ਜ਼ਮਾਨ ਕੇ ਬਿਖੇ समस्त एक जोत है, न घाट है न बाढ़ है, न घाट बाढ़ होत है। महाराज आखदे ने, हे पांडे ध्यान रख, धरती अते आकाश इन्हां सारियां दे विच जिस वाहिगुरू परमात्मा दी जोत प्रकाश कर रही है, उगव्या असरूप दिखावे। तीन भवन में गुर गोपाला, ਉਹ ਵਾਹਿਗੁਰੂ ਪਰਮਾਤਮਾ ਜਿਹੜਾ ਸਭ ਤੋਂ ਵੱਡਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ, ਤਿੰਨਾਂ ਭਵਨਾਂ ਦਾ ਮਾਲਕ ਹੈ। ਉਗਿਆ ਅਸਰੂਪ ਦਿਖਾਵੇ, ਉਗਵਿਆ ਅਸਰੂਪ ਦਿਖਾਵੇ। ਵਾਹਿਗੁਰੂ ਪਰਮਾਤਮਾ ਜਿਹੜਾ ਤਿੰਨਾਂ ਭਵਨਾਂ ਦਾ ਮਾਲਕ ਹੈ, ਧਰਤੀ ਦੀ ਪਾਲਣਾ ਕਰਨ ਵਾਲਾ ਹੈ, ਜਿਸ ਦੀ ਜੋਤ ਧਰਤੀ ਤੇ ਆਕਾਸ਼ ਵਿੱਚ ਪ੍ਰਕਾਸ਼ ਕਰ ਰਹੀ ਹੈ। ਜਦੋਂ ਗੁਰੂ ਦੇ ਰਾਹੀਂ ਉਹ ਕਿਰਪਾ ਕਰਕੇ ਕਿਸੇ ਨੂੰ ਆਪਣਾ ਸਰੂਪ ਦਿਖਾ ਦਿੰਦਾ ਹੈ, ਆਪਣੇ ਸਰੂਪ ਦੇ ਦਰਸ਼ਨ ਕਰਾ ਦਿੰਦਾ ਹੈ, ਨਿਜ ਸਰੂਪ ਵਿਖਾ ਦਿੰਦਾ ਹੈ। ਕਰ ਕਿਰਪਾ ਆਪਣੇ ਕਰ ਆਵੇ। ਉਹ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਘਰ ਵਿੱਚ ਆ ਜਾਂਦਾ ਹੈ, ਨਿਜ ਆਤਮੇ ਟਿਕ ਜਾਂਦਾ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਏ, ਉਹਨੂੰ ਸਮਝ ਆ ਜਾਂਦੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਉਹਨੂੰ ਇਹ ਗੱਲ ਸਮਝ ਵਿੱਚ ਆ ਜਾਂਦੀ, ਜਿਹਨੂੰ ਆਪਣਾ ਆਪ ਦਿਖਾ ਦਿੰਦਾ ਹੈ, ਫਿਰ ਉਹ ਨਿਜ ਆਤਮੇ ਆਪਣੇ ਘਰ ਦੇ ਅੰਦਰ ਆਪਣੇ ਸਰੂਪ ਦੇ ਵਿੱਚ ਟਿਕ ਜਾਂਦਾ ਹੈ। ਉਸ ਦੀ ਭਟਕਣਾ ਗੁਰੂ ਦੀ ਕਿਰਪਾ ਨਾਲ, ਵਾਹਿਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ ਤੇ ਉਹਨੂੰ ਸਮਝ ਆ ਜਾਂਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਉਹਨੂੰ ਇਹ ਸਮਝ ਆ ਜਾਂਦੀ, ਉਹ ਅੰਤਰ ਆਤਮੇ ਟਿਕ ਜਾਂਦਾ ਹੈ, ਭਟਕਣਾ ਤੋਂ ਬਚ ਜਾਂਦਾ ਹੈ। ਊਨਵ ਬਰਸੈ ਨੀਚਰ ਧਾਰਾ। ਊਨਵ, ਊਨਵ ਤੋਂ ਭਾਵ ਹੈ ਨੀਵਾਂ ਹੋ ਕੇ, ਨੇੜੇ ਹੋ ਕੇ, ਜਿਸ ਦੇ ਅੰਦਰ ਇੱਕ ਰਸ ਵਾਹਿਗੁਰੂ ਪਰਮਾਤਮਾ ਆਪਣੇ ਨਾਮ ਦੀ ਧਾਰਾ ਚਲਾ ਦਿੰਦਾ, ਜਿਹਨੂੰ ਇੱਕ ਰਸ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਸਵਾਦ ਆਉਣ ਲੱਗ ਪੈਂਦਾ ਹੈ। ਊਤਮ ਸ਼ਬਦ ਸਵਾਰਨ ਹਾਰਾ। ਪਾਤਸ਼ਾਹ ਜੀ ਆਖਦੇ ਨੇ, ਸ਼ਬਦ ਨਾਲ ਜੁੜ ਕੇ
ਉਹ ਆਪਨੂੰ ਆਪ ਤਾਂ ਸਵਾਰਦਾ ਹੈ ਤੇ ਹੋਰਨਾਂ ਦੇ ਜੀਵਨ ਨੂੰ ਵੀ ਸਵਾਰਨ ਜੋਗਾ ਹੋ ਜਾਂਦਾ ਹੈ। ਕਿਉਂਕਿ ਸਾਧ ਸੰਗਤ ਜਨਮ ਮਰਨ ਦੋਉ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਸਾਡੇ ਪ੍ਰਤੀ ਮਹਾਰਾਜ ਦਾ ਹੁਕਮ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਮੈਂ ਬੇਨਤੀ ਕਰਾਂਗਾ, ਜਿੰਨੇ ਵੀ ਆਪਾਂ ਸੰਗਤੀ ਰੂਪ ਵਿੱਚ ਗੁਰੂ ਚਰਨਾਂ ਵਿੱਚ ਜੁੜੇ ਹੋਏ ਹਾਂ, ਜਿਹੜੀ ਗੱਲ ਦੀ ਸਾਨੂੰ ਗੁਰਮਤਿ ਰਾਹੀਂ ਆਪ ਸਮਝ ਆ ਗਈ ਏ, ਉਹ ਦੂਜਿਆਂ ਨੂੰ ਵੀ ਸਮਝਾਉਣ ਦਾ ਯਤਨ ਕਰੀਏ। ਮੈਂ ਕੱਲ ਹੀ ਸਤਿਕਾਰਯੋਗ ਉਸਤਾਦ ਜੀ ਗਿਆਨੀ ਸਾਹਿਬ ਸਿੰਘ ਹੋਰਾਂ ਦੇ ਬਚਨ, ਜਿਹੜੇ ਉਹਨਾਂ ਨੇ ਸਾਧ ਸੰਗਤ ਕਿਤੇ ਵਿਦਿਆਰਥੀਆਂ ਦੇ ਇਕੱਠ ਵਿੱਚ ਬੜੇ ਸੁਚੱਜੇ ਰੂਪ ਵਿੱਚ ਬਿਆਨ ਕੀਤੇ। ਉਹ ਕਹਿੰਦੇ ਨੇ, ਮੈਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਆਇਆ, ਲਾਈਨ ਵਿੱਚ ਲੱਗਾ ਹੋਇਆ ਸੀ। ਇੱਕ ਪ੍ਰੇਮੀ, ਜਿਵੇਂ ਆਮ ਸੇਵਾਦਾਰ ਨੇ ਸਾਡੇ ਜਿਹੜੇ ਪੇੜ ਨੇ, ਤੇ ਕੁਝ ਪ੍ਰੇਮੀ ਵੀ ਸੇਵਾ ਕਰਦੇ ਨੇ, ਕੁਝ ਪ੍ਰੇਮੀ ਵੀ ਸੇਵਾ ਕਰਦੇ ਨੇ। ਕਹਿੰਦੇ ਨੇ ਕੋਈ ਪ੍ਰੇਮੀ ਸੀ ਜਿਹੜਾ ਸਾਰਿਆਂ ਨੂੰ ਆਵਾਜ਼ ਦੇ ਰਿਹਾ ਸੀ, ਭਾਈ ਲਾਈਨ ਵਿੱਚ ਲੱਗੋ, ਲਾਈਨ ਵਿੱਚ ਲੱਗੋ। ਗਿਆਨੀ ਜੀ ਕਹਿਣ ਲੱਗੇ, ਮੈਨੂੰ ਪਹਿਲਾਂ ਤਾਂ ਹੈਰਾਨੀ ਹੋਈ ਵੀ ਇਹਨੇ ਦਾੜੀ ਕੱਟੀ ਹੋਈ ਹੈ, ਇਹ ਮੁਲਾਜ਼ਮ ਹੈ ਜਾਂ ਕੋਈ ਪ੍ਰੇਮੀ। ਫਿਰ ਸਮਝ ਆ ਗਈ ਵੀ ਮੁਲਾਜ਼ਮ ਨਹੀਂ, ਪ੍ਰੇਮੀ। ਜਦੋਂ ਗਿਆਨੀ ਜੀ ਕਹਿਣ ਲੱਗੇ, ਮੈਂ ਵੀ ਨੇੜੇ ਆਇਆ, ਮੈਨੂੰ ਵੀ ਕਹਿਣ ਲੱਗਾ, ਗਿਆਨੀ ਜੀ ਲਾਈਨ ਵਿੱਚ ਲੱਗੋ। ਤੇ ਕਹਿਣ ਲੱਗੇ, ਮੈਂ ਹਿੰਮਤ ਜੀ ਕਰਕੇ ਕਹਿ ਦਿੱਤਾ ਵੀ ਭਾਈ ਤੂੰ ਵੀ ਲਾਈਨ ਵਿੱਚ ਲੱਗ ਜਾ। ਧਿਆਨ ਦੇਵਿਓ, ਤੂੰ ਵੀ ਲਾਈਨ ਵਿੱਚ ਲੱਗ ਜਾ। ਉਹਨੂੰ ਸਮਝਣ ਲੱਗਿਆਂ ਦੇਰ ਨਹੀਂ ਲੱਗੀ ਵੀ ਗਿਆਨੀ ਜੀ ਕੀ ਕਹਿ ਰਹੇ ਨੇ, ਵੀ ਲਾਈਨ ਵਿੱਚ ਲੱਗਣ ਦਾ ਭਾਵ ਕੀ ਹੈ। ਭਾਵ ਸੀ ਵੀ ਆ ਜਿਹੜੇ ਕੇਸਾਂ ਦੀ ਬੇਅਦਬੀ ਤੋਂ ਕੀਤੀ ਹੋਈ ਏ, ਇਹਨਾਂ ਨੂੰ ਛੱਡ ਤੇ ਤੂੰ ਵੀ ਗੁਰੂ ਦੀ ਕਿਰਪਾ ਦਾ ਪਾਤਰ ਬਣ। ਗਿਆਨੀ ਜੀ ਕਹਿੰਦੇ, ਮੈਨੂੰ ਹੈਰਾਨਗੀ ਬੜੀ ਹੋਈ ਵੀ ਪਤਾ ਨਹੀਂ ਗੁਰੂ ਰਾਮਦਾਸ ਦੀ ਕਲਾ ਵਰਤੀ, ਤੇ ਕਲਾ ਵਰਤੀ ਤੇ ਮੈਂ ਗੁਰੂ ਦੇ ਭਰੋਸੇ ਉਹਨੂੰ ਕਹਿ ਦਿੱਤਾ। ਪਰ ਉਸ ਪ੍ਰੇਮੀ ਨੇ ਵੀ ਅੱਗੋਂ ਨਾਲ ਦੀ ਨਾਲ ਜਗਾਰਾ ਛੱਡਿਆ ਤੇ ਕਹਿਣ ਲੱਗਾ, ਗਿਆਨੀ ਜੀ ਲੋ ਅੱਜ ਤੋਂ ਬਾਅਦ ਲਾਈਨ ਤੇ ਲੱਗ ਗਏ। ਮੇਰੀ ਬੇਨਤੀ, ਸਾਡੇ ਅੰਦਰ ਜ਼ੁਰਤ ਪੈਦਾ ਹੋਵੇ, ਸਾਡੇ ਅੰਦਰ ਹਿੰਮਤ ਪੈਦਾ ਹੋਵੇ ਕਿ ਜਿਹੜੀ ਗੱਲ ਸਾਨੂੰ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਏ, ਅਸੀਂ ਦੂਜਿਆਂ ਨੂੰ ਕਹਿ ਸਕੀਏ। ਅੱਜ ਅਸੀਂ ਆਪਣੇ ਬੱਚਿਆਂ ਕੋਲੋਂ ਵੀ ਡਰਦੇ ਪਏ ਹਾਂ, ਧੀਆਂ ਕੋਲੋਂ ਵੀ, ਨੂੰਹਾਂ ਕੋਲੋਂ ਵੀ ਡਰਦੇ ਹਾਂ ਵੀ ਜੇ ਗੁਰੂ ਦੀ ਗੱਲ ਕਰ ਦਿੱਤੀ ਪਤਾ ਨਹੀਂ ਕੀ ਕਹਿ ਦੇਣਗੇ। ਪਰ ਮੈਂ ਬੇਨਤੀ ਕਰਾਂ ਸਾਧ ਸੰਗਤ, ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਸ ਦੇ ਅੰਦਰ ਗੁਰੂ ਦੀ ਕਿਰਪਾ ਵਰਤਦੀ ਹੈ, ਅਕਾਲ ਪੁਰਖ ਦੀ ਕਿਰਪਾ ਵਰਤਦੀ ਹੈ, ਉਹ ਆਪਣੇ ਜੀਵਨ ਦੇ ਅੰਦਰ ਗੁਰੂ ਦੀ ਕਿਰਪਾ ਨਾਲ, ਅਕਾਲ ਪੁਰਖ ਦੀ ਕਿਰਪਾ ਨਾਲ ਆਪਣਾ ਆਪ ਤਾਂ ਸਵਾਰਦਾ ਹੈ, ਪਰ ਦੂਜਿਆਂ ਨੂੰ ਵੀ ਉਹ ਸਵਾਰਨ ਜੋਗਾ ਹੋ ਜਾਂਦਾ ਹੈ। ਭਾਵ ਜਿਹੜੀ ਗੁਰਮਤਿ ਦੀ ਦਾਤ ਉਹਨੂੰ ਪ੍ਰਾਪਤ ਹੁੰਦੀ, ਹੋਰ ਦੂਜਿਆਂ ਵਿੱਚ ਵੀ ਉਸ ਦਾਤ ਨੂੰ ਵੰਡਦਾ ਹੈ। ਇਸ ਏਕੇ ਕਾ ਜਾਣੈ ਭੇਉ, ਫਿਰ ਉਹਨੂੰ ਸਮਝ ਆ ਜਾਂਦੀ ਹੈ ਉਸ ਇੱਕ ਬਾਰੇ, ਭੇਦ ਕੀ ਹੈ, ਉਹਨੂੰ ਉਸ ਦਾ ਭੇਦ ਆ ਜਾਂਦਾ, ਉਸ ਦੀ ਸਮਝ ਆ ਜਾਂਦੀ। ਵਾਹਿਗੁਰੂ ਪਾਰੇ ਆਪੇ ਕਰਤਾ ਆਪੇ ਦੇਉ, ਉਹ ਵਾਹਿਗੁਰੂ ਪਰਮਾਤਮਾ ਆਪ ਹੀ ਕਰਤਾ ਹੈ, ਜਗਤ ਨੂੰ ਬਣਾਉਣ ਵਾਲਾ ਆਪ ਹੀ ਦੇਵ ਹੈ। ਦਿਓ ਤੋਂ ਭਾਵ ਪ੍ਰਕਾਸ਼ ਰੂਪ ਪਰਮਾਤਮਾ ਹੈ, ਆਪ ਹੀ ਜੀਵਾਂ ਨੂੰ ਪੈਦਾ ਕਰਦਾ ਤੇ ਆਪ ਹੀ ਆਪਣੀ ਕਿਰਪਾ ਕਰਕੇ ਜੀਵਾਂ ਨੂੰ ਜਗਤ ਵਿੱਚ ਜਿਉਣ ਦਾ ਜਿਹੜਾ ਹੈ ਨਾ ਉਹ ਰਾਹ ਦੱਸਦਾ ਹੈ। ਦਿਓ ਤੋਂ ਭਾਵ ਉਹਨਾਂ ਵਾਸਤੇ ਚਾਨਣ ਕਰਦਾ ਹੈ, ਉਹਨਾਂ ਵਾਸਤੇ ਪ੍ਰਕਾਸ਼ ਕਰਦਾ ਹੈ। ਸਤਿਗੁਰੂ ਕਿਰਪਾ ਕਰਨ ਪਿਆਰਿਓ, ਆਪਾਂ ਜੀਵਨ ਦੇ ਅੰਦਰ ਗੁਰਮਤਿ ਸੁਣੀਏ ਵੀ, ਗੁਰਮਤਿ ਪੜ੍ਹੀਏ ਵੀ, ਪਰ ਗੁਰਮਤਿ ਨੂੰ ਜੀਵਨ ਦੇ ਅੰਦਰ ਹਟਾਉਣ ਦਾ ਵੀ ਯਤਨ ਕਰੀਏ। ਜਦੋਂ ਗੁਰਮਤਿ ਦੇ ਅਨੁਸਾਰ ਜੀਵਨ ਬਤੀਤ ਕਰਾਂਗੇ ਤੇ ਫਿਰ ਸਾਧ ਸੰਗਤ, ਇੱਕ ਸਿਆਣੇ ਬਚਨ ਕਹਿੰਦੇ ਨੇ, ਪੱਲੇ ਹੋਵੇ ਸੱਚ ਕੋਠੇ ਚੜ ਕੇ ਨੱਚ ਵਾਰੀ ਗੱਲ, ਕਿਉਂਕਿ ਕੂੜ ਦੇ ਖੁੱਟੇ ਨਾਨਕਾ
ਓੜਕ ਓੜਕ ਸੱਚ ਨਿਭੇ ਵਾਲੀ ਜਿਹੜੀ ਗੱਲ ਹੈ ਨਾ, ਇਹ ਜਿਹੜਾ ਮਹਾਰਾਜ ਆਖਦੇ ਨੇ, ਕੂੜ ਨੇ ਖੁੱਟੇ ਨਾਨਕਾ, ਕੂੜ ਨੇ ਖੁੱਟਣਾ ਹੈ ਤੇ ਸੱਚ ਨੇ ਓੜਕ ਸੱਚ ਹੀ ਰਹਿਣਾ ਹੈ। ਸਤਿਗੁਰੂ ਕਿਰਪਾ ਕਰਨ। ਇੰਨੇ ਕੁ ਬਚਨ ਪਾਵਨ ਬਾਣੀ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ। ਇਸ ਏਕ ਏਕਾ ਜਾਣੈ ਭਿਓ, ਆਪੇ ਕਰਤਾ ਆਪੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।